सत श्री अकाल जी, मैं हाँ अमृतपाल कौर सैलड न्यूज़ चैनल सैलड न्यूज़पेपर देख रहे सारे दर्शकों का बहुत बहुत स्वागत करती हाँ। अज आए हाँ असी इकाई हॉस्पिटल जिथे डॉक्टर कटियाल ते डॉक्टर BS औलख। नमस्कार दर्शकों, आज हम आपका तारुफ डॉक्टर सुनील कटियाल जी से करवाने जा रहे हैं, जो DMC में 40 साल के करीब HOD रहे हैं एनेस्थेटिक डिपार्टमेंट के। तो जिनकी सेवा निभाते बहुत साल हो गए हैं और आज की डेट में ये कोविड के लिए बहुत अच्छा कार्य कर रहे हैं। इन्होंने लॉर्ड महावीरा कॉलेज के अंदर IMA के तरफ से प्रिकॉशन वार्ड बनाए हैं कोविड पेशेंट्स के लिए। तो इन हस्तियों की महान सेवा को देखते हुए आज हम इनके पास इनके बाइट करने के लिए आए हैं। डॉक्टर सुनील कटियाल जी, नमस्कार जी। नमस्कार डॉक्टर साहब। नमस्कार। हाँ जी, अजकल ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅਸੀਂ ਇੱਕ ਕੋਵਿਡ ਦੇ ਮੌਸਮ 'ਚ ਰਹਿ ਰਹੇ ਹਾਂ। ਪੈਂਡੈਮਿਕ ਫੈਲਿਆ ਹੋਇਆ ਔਰ ਪਿਛਲੇ 15-20 ਦਿਨ ਤੋਂ ਤੁਸੀਂ ਦੇਖੋ ਨਾ, ਲੁਧਿਆਣੇ ਬਹੁਤ ਜ਼ਿਆਦਾ ਸਰਜ ਆਈ ਹੋਈ ਹੈ। ਹਰ ਰੋਜ਼ ਅਸੀਂ 400-500 ਦੇ ਕਰੀਬ ਕੇਸਿਸ ਦੇਖ ਰਹੇ ਹਾਂ ਔਰ ਇੰਨਾ ਅਰੇਂਜਮੈਂਟ ਨਹੀਂ ਹੈ। ਜਨਤਾ ਵੀ ਪ੍ਰੈਸ਼ਰ 'ਚ ਹੈ, ਡਾਕਟਰ ਵੀ ਪ੍ਰੈਸ਼ਰ 'ਚ ਹੈ, ਸਰਕਾਰ ਵੀ ਪ੍ਰੈਸ਼ਰ 'ਚ ਹੈ। ਸਾਰੇ ਇੱਕ ਦੂਜੇ ਤੋਂ ਨਾਰਾਜ਼ ਹੋ ਜਾਂਦੇ ਆ, ਲੜਾਈਆਂ ਝਗੜੇ ਕਰਦੇ ਨੇ। ਅਸੀਂ ਸਮਝਦੇ ਹਾਂ ਸਾਰਿਆਂ ਦੀ ਮਾਨਸਿਕ ਸਥਿਤੀ ਇੱਦਾਂ ਦੀ ਹੈ। ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ IMA ਲੁਧਿਆਣਾ ਬ੍ਰਾਂਚ ਨੇ ਇੱਕ ਸਟੈਪ ਲਿਆ। ਲਾਰਡ ਮਹਾਵੀਰਾ ਦੀ ਮੈਨੇਜਮੈਂਟ ਜੋ ਕਿ ਬਹੁਤ ਕੋਆਪਰੇਟਿਵ ਹੈ, ਮਿਸਟਰ ਸੁਜੀਤ ਜੈਨ ਜੀ ਦਾ ਮੈਂ ਨਾਮ ਲੈਣਾ ਚਾਹੂੰਗਾ। ਉਹਨਾਂ ਨੇ ਬਹੁਤ ਕੋਆਪਰੇਟ ਕੀਤਾ, ਸਾਨੂੰ ਜਗ੍ਹਾ ਦਿੱਤੀ, ਵਾਰਡ ਬਣਾਇਆ ਸੀ, ਉੱਥੇ 25 ਬੈੱਡ ਦਾ ਹਸਪੀਟਲ ਬਣਾਇਆ ਕੋਵਿਡ ਪੇਸ਼ੈਂਟਸ ਲਈ। ਉਹ ਸਾਡੀ ਲੈਵਲ 2 ਫੈਸਿਲਿਟੀ ਹੈ। ਤੇ ਅਸੀਂ ਜੋ ਸਰਕਾਰ ਨੇ ਗਾਈਡਲਾਈਨਸ ਦਿੱਤੀਆਂ ਉਹਨਾਂ ਗਾਈਡਲਾਈਨਸ ਤੇ ਅਸੀਂ ਉਸ ਹਸਪਤਾਲ ਨੂੰ ਚਲਾ ਰਹੇ ਹਾਂ। ਤੇ ਸਾਡੇ ਕੋਲ ਔਨ ਐਨ ਐਵਰੇਜ 12-15 ਪੇਸ਼ੈਂਟ ਹੁੰਦੇ ਆ ਔਰ ਅਜੇ ਤੱਕ ਸਾਰੇ ਠੀਕ ਹੋ ਕੇ, ਜਿੰਨੇ ਵੀ ਆਇਆ ਸਾਰੇ ਠੀਕ ਹੋ ਕੇ ਗਏ ਆ। ਕਈਆਂ ਦਾ ਇਲਾਜ ਚੱਲ ਰਿਹਾ ਔਰ ਕਈਆਂ ਦੀ ਛੁੱਟੀ ਹੋਈ ਹੈ। ਮੈਂ ਮੈਂਸ਼ਨ ਕਰਾਂਗਾ, ਸਾਡੇ ਕੋਲ ਇੱਕ 82 ਸਾਲ ਦੇ ਬਜ਼ੁਰਗ ਆਏ ਸੀ ਜਿਨ੍ਹਾਂ ਦਾ ਬਾਈਪਾਸ ਵੀ ਹੋਇਆ ਸੀ। ਉਹ कोरोना तो ठीक होकर साढ़े हस्पताल चो वापस गए हैं। डॉक्टर साहब, मैं 2-4 सवाल करना चाहूँगा। तुम बहुत अच्छी सेवा निभा रहे हो और ये बड़े अच्छे कर्मां दी सेवा मिलती है। मैं 2-4 सवाल करना चाहना हाँ। डॉक्टर साहब, एक कोविड नूं लैके मार्केट दे विच सोशल विच बहुत ज़्यादा एक पैनिक क्रिएट हो चुका है कि जे कोई कोविड पॉजिटिव भी हो जाता है तो टेस्ट करवाने नहीं जाता। उन्होंने ये डरावा पाया गया है कि एक तुहाडे ऑर्गन कढ़ लेंगे दिस एंड दैट। तो सो कई पॉजिटिव केस बाद दे विच नैगेटिव प्रूव होए। 3-4 जगह लैब से असी वाइट करके आए हैं कि वो पॉजिटिव उन्होंने रिपोर्ट दी बट वो नैगेटिव डिकलेयर होए। तो ये बारे तुसीं की कहना चाहोगे डॉक्टर साहब? ਤੁਹਾਡੀ ਗੱਲ ਮੈਂ ਪੂਰਾ ਸਹਿਮਤ ਹੈਗਾ। ਆਮ ਜਨਤਾ 'ਚ ਇਹਦਾ ਬਹੁਤ ਜ਼ਿਆਦਾ ਡਰ ਫੈਲਿਆ ਹੋਇਆ ਔਰ ਕਈ ਲੋਕ ਟੈਸਟ ਨਹੀਂ ਕਰਾਉਂਦੇ। ਪਰ ਮੈਂ ਜਨਤਾ ਨੂੰ ਕਹਿਣਾ ਚਾਹੁੰਦਾ, ਬੀਇੰਗ ਏ ਡਾਕਟਰ, ਜਿੱਦਾਂ ਆਮ ਫਲੂ ਹੁੰਦੇ ਨੇ, ਇਹ ਵੀ ਇੱਕ ਫਲੂ ਹੀ ਹੈ। ਇਹਦਾ ਇਲਾਜ ਵੀ ਉੱਦਾਂ ਦਾ ਹੀ ਹੈ। ਇਹਦਾ ਜੋ ਫਰਕ ਹੈ, ਇਹ ਫੈਲਦਾ ਬਹੁਤ ਜ਼ਿਆਦਾ। ਉਹ ਕਈ ਮਰੀਜ਼ਾਂ ਨੂੰ ਖਰਾਬ ਵੀ ਕਰ ਦਿੰਦਾ। ਇਸ ਕਰਕੇ ਮੇ ਵੀ ਲੋਕਾਂ 'ਚ ਪੈਨਿਕ ਹੈ। ਤੇ ਬਾਕੀ ਇਹਦੇ 'ਚ ਡਰਨ ਵਾਲੀ ਕੋਈ ਗੱਲ ਨਹੀਂ, ਕੋਈ ਸਟਿਗਮਾ ਨਹੀਂ ਹੈ। 100 ਚੋਂ 98 ਤੋਂ ਜ਼ਿਆਦਾ ਮਰੀਜ਼ ਠੀਕ ਹੋ ਕੇ ਘਰ ਜਾਂਦੇ ਆ। 85% ਲੋਕਾਂ ਨੂੰ ਤਾਂ ਪਤਾ ਹੀ ਨਹੀਂ ਚੱਲਦਾ ਉਹਨਾਂ ਨੂੰ ਕਰੋਨਾ ਹੋਇਆ। ਤੇ ਬਾਕੀ 15% ਨੂੰ ਹਸਪੀਟਲ ਦੀ ਲੋੜ ਪੈਂਦੀ ਹੈ। 15% ਚੋਂ ਵੀ 13 ਜਾਂ 14% ਘਰੇ ਠੀਕ ਹੋ ਕੇ ਜਾਂਦੇ ਆ। ਪ੍ਰੋਬਲਮ ਆਉਂਦੀ 1%। ਆਪਾਂ ਕਿਉਂ ਸੋਚਦੇ ਹਾਂ ਕਿ ਆਪਾਂ 1.5% ਚਾਹਾਂਗੇ? ਆਪਾਂ ਨੂੰ ਪੋਜ਼ਿਟਿਵਲੀ ਸੋਚਣਾ ਚਾਹੀਦਾ। ਆਪਾਂ ਸੋਚੀਏ ਕਿ ਅਸੀਂ 99% ਲੋਕਾਂ ਚ ਆਵਾਂਗੇ, 1% ਚ ਨਹੀਂ ਆਵਾਂਗੇ, ਠੀਕ ਹੋਵਾਂਗੇ। ਆਪਣੀ ਵਿਲ ਪਾਵਰ ਠੀਕ ਰੱਖੋ, ਇਹਦੇ ਨਾਲ ਹੀਲਿੰਗ ਵੀ ਬਹੁਤ ਅੱਛੀ ਹੁੰਦੀ ਹੈ, ਬਿਮਾਰੀ ਤੋਂ ਠੀਕ ਵੀ ਬੜੀ ਜਲਦੀ ਹੁੰਦਾ ਹੈ। डॉक्टर साहब, कोरोना वायरस का ये प्रकोप जो बिजनेसमैन के उपर बहुत बुरी तरह छाया है और बिजनेस के उपर बहुत इफेक्ट हो रहे हैं। हुण ऑड एंड ईवन दे विच भी पब्लिक और दुकानदार दोनों ही बहुत परेशान ने कि ये इफेक्ट कुछ मैडिकल प्रैक्टिशनर्स या हॉस्पिटल्स या उपर भी पिया है? हाँ जी, हॉस्पिटल्स भी पिया। हुण जिहड़े जिथे एक कोविड का मरीज आ जाए, दूजा मरीज नहीं आता। मैं तो हस्पताल दे जो फाइनैशियल लॉस ਨੂੰ ਮੈਂ ਇੱਕ ਸਾਈਡ ਤੇ ਰੱਖਦਾ ਇਸ ਵੇਲੇ, ਉਹਦੀ ਮੈਂ ਗੱਲ ਨਹੀਂ ਕਰਾਂਗਾ। ਮੈਂ ਗੱਲ ਇਹਦੀ ਕਰਦਾ ਜਿਹੜੇ ਨੌਨ ਕੋਵਿਡ ਪੇਸ਼ੈਂਟ ਹੈ, ਜਿਨ੍ਹਾਂ ਨੂੰ ਜ਼ਰੂਰੀ ਇਲਾਜ ਚਾਹੀਦਾ, ਉਹ ਵੀ ਤੰਗ ਹੋ ਰਹੇ ਨੇ।
ਡਾਕਟਰ ਸਾਹਿਬ ਇਹ ਕੰਪਲੇਂਟ ਸਾਡੇ ਕੋਲ ਬਹੁਤ ਆਈਆਂ, ਜਿਵੇਂ ਮਤਲਬ ਕੋਈ ਇੱਕ ਆਰਡੀਨਰੀ ਪੇਸ਼ੈਂਟ ਹੈ ਜਿਹਨੇ ਹਸਪੀਟਲ ਦੇ ਵਿੱਚ ਚੈੱਕ ਕਰਵਾਉਣ ਜਾਣਾ ਹੈ, ਉਹਦੇ ਅੰਦਰ ਇੱਕ ਡਰ ਹੈ, ਇੱਕ ਖੌਫ ਹੈ ਕਿ ਮੈਂ ਹਸਪੀਟਲ ਗਿਆ ਤਾਂ ਮੈਂ ਉੱਥੋਂ ਕਰੋਨਾ ਵਾਇਰਸ ਦਾ ਪੇਸ਼ੈਂਟ ਬਣ ਕੇ ਆਵਾਂਗਾ। ਉੱਥੇ ਵਾਇਰਸ ਜ਼ਰੂਰ ਹੋਏਗਾ, ਚਾਹੇ ਕਿਸੇ ਚੇਅਰ ਦੇ 'ਚ ਹੋਵੇ, ਚਾਹੇ ਕਿਸੇ ਹੈਂਡਲ ਦੇ 'ਚ ਹੋਵੇ, ਕਿਉਂਕਿ ਆਮ ਹਸਪੀਟਲਸ ਦੇ ਵਿੱਚ ਡਿਸਟੈਂਸ ਮੇਨਟੇਨਿੰਗ ਵੀ ਨਹੀਂ ਹੈ। ਤੁਸੀਂ ਦੇਖਿਆ ਹੀ ਹੋਣਾ ਕਿ ਡਿਸਟੈਂਸ ਮੇਨਟੇਨਿੰਗ ਕਰਨ ਨੂੰ ਔਰ ਪੇਸ਼ੈਂਟਸ ਦੇ ਜਿਹੜੇ ਅੰਦਰੋਂ ਡਰ ਕੱਢਣ ਵਾਸਤੇ ਕੀ ਕਾਰਜ ਕਰਨਾ ਚਾਹੀਦਾ? ਇਹ ਜਿਹੜਾ ਤੁਸੀਂ ਕਹਿ ਰਹੇ ਨਾ ਡਿਸਟੈਂਸ ਮੇਨਟੇਨ, ਮਾਸਕ, ਹੈਂਡ ਵਾਸ਼ਿੰਗ, ਇਹ ਕਿਸੇ ਹੋਰ ਦਾ ਕੰਮ ਨਹੀਂ, ਇਹ ਮੇਰਾ ਆਪਣਾ ਕੰਮ ਹੈ। ਬਿਲਕੁਲ, ਮੈਨੂੰ ਕਿਸੇ ਹੋਰ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਉਹ ਨਹੀਂ ਕਰਦਾ। ਜੇ ਕੋਈ ਮੇਰੇ ਕੋਲ ਆ ਕੇ ਖੜ ਜਾਂਦਾ, ਮੈਨੂੰ ਦੂਰ ਚਲਾ ਜਾਣਾ ਚਾਹੀਦਾ। ਇਹ ਤੁਸੀਂ ਆਪਣੇ ਆਪ ਨੂੰ ਆਪ ਹੀ ਬਚਾਣਾ, ਦੂਜਿਆਂ ਤੇ ਨਹੀਂ ਡਿਪੈਂਡੈਂਟ ਹੋਣਾ। ਜੇ ਤੁਸੀਂ ਆਪ ਖਿਆਲ ਰੱਖੋਗੇ ਸਭ ਠੀਕ ਰਹੇਗਾ। ਬਾਕੀ ਹਸਪਤਾਲਾਂ 'ਚ ਕੋਵਿਡ ਵਾਸਤੇ ਉਹਨਾਂ ਨੇ ਇੱਕ ਸੈਪਰੇਟ ਆਈਸੋਲੇਟ ਕੀਤਾ ਹੋਇਆ, ਨੌਨ ਕੋਵਿਡ ਵਾਲੇ ਜਾਣਗੇ ਤਾਂ ਉਹਨਾਂ ਨੂੰ ਕਰੋਨਾ ਨਹੀਂ ਹੋਏਗਾ। ਉੱਥੇ ਉਹ ਆਪਣਾ ਇਲਾਜ ਤਾਂ ਕਰਾਉਣਾ ਹੀ ਚਾਹੀਦਾ ਨਾ ਉਹਨਾਂ ਨੂੰ। ਬਹੁਤ ਬਹੁਤ ਸ਼ੁਕਰੀਆ ਡਾਕਟਰ ਕਟਿਆਲ ਸਾਹਿਬ ਦਾ, ਜੋ ਅੱਜ ਕੱਲ੍ਹ ਇਕਾਈ ਹਸਪੀਟਲ ਦੇ ਵਿੱਚ ਸੁਪਰਡੈਂਟ ਹੈ, ਮੈਡੀਕਲ ਸੁਪਰਡੈਂਟ ਨੇ, ਤੇ ਮੈਡੀਕਲ ਸੁਪਰਡੈਂਟ ਦੀ ਸੇਵਾ ਨਿਭਾ ਰਹੇ ਹਨ। ਤੁਹਾਨੂੰ ਇਹਨਾਂ ਨੇ ਬਹੁਤ ਅੱਛੀ ਸਿੱਖਿਆ ਦਿੱਤੀ ਔਰ ਦਰਸ਼ਕਾਂ ਅੱਗੇ ਨਿਵੇਦਨ ਹੈ ਤੁਸੀਂ ਡਾਕਟਰ ਸਾਹਿਬ ਨੂੰ ਸੁਣਿਆ ਔਰ ਇਸ ਦਾ ਕੰਪਲੀਟ ਪਾਲਣ ਕਰਕੇ ਤੇ ਸਾਨੂੰ ਇਹਦੇ ਕਮੈਂਟ ਸੈਂਡ ਕਰੋ। ਜੋ ਤੁਸੀਂ ਪੁੱਛਣਾ ਚਾਹੋਗੇ ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਏਗਾ। ਬੜੀ ਮਿਹਰਬਾਨੀ ਔਰ ਡਾਕਟਰ ਸਾਹਿਬ ਦੀ ਵੀ ਬਹੁਤ ਮਿਹਰਬਾਨੀ।